ਜਿਹੜਾ ਇਹ ਹਕੂਮਤ ਨੇ ਫੈਸਲਾ ਲਿਆ ਬਹੁਤ ਅੱਛਾ ਲਿਆ, ਠੀਕ ਹੋ ਗਏ। ਅਸੀਂ ਦੇਖਿਆ ਨੇ ਮਾਮਲਾ ਤਾਂ ਕਾਫੀ ਖਰਾਬ ਹੋਏ ਨੇ, ਬਰਲ ਸਾਡੇ ਕੋਲ ਜਦੋਂ ਕੋਈ ਆਉਂਦਾ ਨਾ ਜੀ, ਅਸੀਂ ਕਿਸੇ ਬੰਦੇ ਦੀ ਸਿਕਿਉਰਿਟੀ ਵਾਸਤੇ ਅਸੀਂ ਕਦੀ ਨਹੀਂ ਗਨਮੈਨ ਦੇਵਾਂਗੇ। ਇਸ ਗੱਡੀ ਨਾਲ ਗਨਮੈਨ ਜਾਣਾ ਹੈ, ਪਰ ਵੈਪਨ ਤੋਂ ਬਗੈਰ ਜਾਣਾ ਹੈ, ਇਸ ਗੱਡੀ ਦੀ ਹਿਫਾਜ਼ਤ ਵਾਸਤੇ ਜਾਣਾ ਹੈ। ਤੁਸੀਂ ਦੇਖਿਆ ਹੋਣਾ ਅਕਸਰ, ਦੇਖੋ ਤੁਸੀਂ ਬਾਹਰ ਹਲੇ ਵੀ ਦੇਖ ਰਹੇ ਹੋਣਗੇ ਲੋਕ ਇਕੱਠੇ ਹੋਏ ਨੇ, ਵੀਡੀਓ ਸ਼ੀਡੀਓ ਗੱਡੀਆਂ ਨਾਲ ਬਣਾ ਰਹੇ ਨੇ, ਉਹ ਫਿਰ ਕੋਈ ਦਰਵਾਜ਼ਾ ਖੋਲ੍ਹਦਾ, ਕੋਈ ਕੀ ਕਰਦਾ। ਅਸੀਂ ਸਿਰਫ ਉਸ ਵਾਸਤੇ ਆਪਣੀਆਂ ਗੱਡੀਆਂ ਦੀ ਹਿਫਾਜ਼ਤ वास्ते ਅਸੀਂ सिर्फ और सिर्फ ना जी नाल सिक्योरिटी गार्ड दे दें वेपन तो बगैर। भाई ये स्मार्ट ट्रैवल के ऊपर आरिफ आला के अंदर आरिफ आला की आवाम के लिए कौन कौन सी गाड़ी जो है वो दस्तयाब है, जो पहले मेरे शहर के लोगों के लिए ख्वाब हुआ करती थी? जी बिल्कुल, क्योंकि हम लोग लिमो स्पेशलिस्ट हैं तो हम आपको वो बताएंगे। इसमें इनको मिल जाएगी लिंकन लिमो मिलेगी, कैडिलैक लिमो मिलेगी, इसमें क्रेसलर मिल जाएगी, इनको टुंड्रा लिमो मिल जाएगी जिसको लोग लेक्सिस भी कहते हैं। हमारे एक दोस्त हैं जो कि लाहौर से, या नाम नहीं उनका लेंगे, तो ये उन्होंने मुतारफ़ करवाया था कि टोयोटा के आगे लेक्सिस का मोनो लगा के तो वो टुंड्रा भी बन जाती है। ਮਾਸ਼ਾਅੱਲਾ ਇਹ ਜੀ ਸਮਾਰਟ ਡਰਾਈਵਰ ਡੋਗਰ ਰੈਂਟ ਕਾਰ ਮਾਸ਼ਾਅੱਲਾ ਇਹਨਾਂ ਕੋਲ ਹਰ ਕਿਸਮ ਦੀ ਗਾੜੀ ਮਿਲ ਜਾਂਦੀ ਹੈ। ਔਰ ਇਹਨਾਂ ਦਾ ਤਾਵਨ ਜਿਹੜਾ ਨਾ ਸਭ ਤੋਂ ਅੱਛੀ ਜਿਹੜਾ ਅਖਲਾਕ ਪਿਆਰ ਮੁਹੱਬਤ ਇਹ ਵਾ, ਇਹਦਾ ਕਰਕੇ ਇਹਨਾਂ ਕੋਲ ਆਵਾਮ ਆਉਂਦੀ ਆ। ਔਰ ਮਾਸ਼ਾਅੱਲਾ ਇਹਨਾਂ ਕੋਲ ਹੁਣ ਇਸ ਟਾਈਮ ਲੈਮੋਜ਼ੀਨ ਆਈ ਆ, ਫਾਰਚੂਨਰ ਨੇ, ਕੋਈ 20-22 ਫਾਰਚੂਨਰ ਨੇ, TX ਨੇ, ਵੀ ਹਰ ਕਿਸਮ ਦੀ ਗੱਡੀ ਤੁਸੀਂ ਇਸ ਇਲਾਕੇ ਦੇ ਵਿੱਚ ਆਪਣੇ ਆਰਫ ਵਾਲੇ ਸ਼ਹਿਰ ਦੇ ਵਿੱਚ ਤੁਸੀਂ ਇਹਨਾਂ ਕੋਲ ਮੁਹੱਈਆ ਕਰ ਸਕਦੇ ਹੋ। टीम वाइस ऑफ पंजाब के साथ मैं हूं हाफिज़ खालिद और आज टीम वाइस ऑफ पंजाब मौजूद है आरिफ आला डोगर रेंट ए कार के ऊपर। और यहां पर आज जो है ना वो आरिफ आला के अंदर बड़ी खूबसूरत जदीद टेक्नोलॉजी की गाड़ियां मौजूद हैं। हमारे साथ इनके ऑनर भी मौजूद हैं, इनसे इनका भी तारफ़ लेते हैं और इनकी गाड़ियों के मुतल्लिक़ इनका रिव्यू भी देंगे और ये कब से काम कर रहे हैं और यहाँ पर इनके पास कौन सी गाड़ियाँ दस्तियाब हैं। आरिफ आला की आवाम चूँकि शादियों का सीज़न चल रहा है वो इनसे अच्छे पैकेज ले सकती है। जुड़े रहिए वॉइस ऑफ पंजाब के साथ। अस्सलाम वालेकुम जी वालेकुम सलाम। सरदार साहब की नाम? मेरा नाम है जी सरदार आमिर डोगर जी। जी मोहतरम कितनी देर तो आरिफ वाला ਦੇ ਵਿੱਚ ਗੱਡੀਆਂ ਦਾ ਕੰਮ ਕਰ ਰਹੇ? ਮੈਨੂੰ ਤਕਰੀਬਨ ਜੀ ਤੁਸੀਂ ਕਹਿ ਲਓ 6 ਤੋਂ 7 ਸਾਲ ਹੋ ਗਏ ਨੇ ਜੀ ਇੱਥੇ ਕੰਮ ਕਰਦੇ ਨੂੰ। ਪਹਿਲੇ ਮੇਰੇ ਕੋਲ ਛੋਟੀਆਂ ਗੱਡੀਆਂ ਹੁੰਦੀਆਂ ਸੀ, ਆਲਟੋ, ਵੈਗਨਾਰ, ਇਸ ਤਰ੍ਹਾਂ ਦੀਆਂ। ਫਿਰ ਉਸ ਤੋਂ ਬਾਅਦ ਮੈਂ ਮਤਲਬ ਕਿ ਅੱਗੇ ਚੱਲਦਾ ਗਿਆ ਮਿਹਨਤ ਕਰਦਾ ਗਿਆ ਉਹਦੇ ਵਿੱਚ। ਫਿਰ ਅਲਹਮਦੁਲਿਲਾ ਹੁਣ ਮੇਰੇ ਕੋਲ ਫਾਰਚੂਨਰ, ਪ੍ਰਾਡੋ, V8, ਮਿਨੀ ਕੂਪਰ, ਟੋਟਲ ਗੱਡੀ ਜਿਹੜੀ ਅਵੇਲੇਬਲ ਹੈ। ਸਰ ਅਸੀਂ ਇਸ ਟਾਈਮ ਲੈਮੋਜ਼ੀਨ ਦੇ ਅੰਦਰ ਬੈਠੇ ਹੋਏ ਹਾਂ। ਆਰਿਫ ਆਲਾ ਛੋਟਾ ਸ਼ਹਿਰ ਵੱਡੀ ਗੱਡੀ ਜੀ ਕੀ ਦੇ ਰਿਹਾ ਹੈ ਆਰਿਫ ਆਲਾ ਦੀ ਆਵਾਮ ਨੂੰ? ਇਸ ਗੱਡੀ ਦਾ ਇੱਥੇ ਆਉਣ ਦਾ ਮਕਸਦ ਕੀ ਆ? ਵੱਡੇ ਸ਼ਹਿਰਾਂ 'ਚ ਮੈਂ ਦੇਖਿਆ ਲਾਹੌਰ ਵਿੱਚ ਪੂਰੇ ਪੈਕੇਜ ਮਿਲਦੇ ਬਰਾਤ ਨਾਲ, ਤੇ ਸਰਦਾਰ ਸਾਹਿਬ ਆਰਿਫ ਆਲਾ ਦੀ ਆਵਾਮ ਨੂੰ ਕੀ ਦੇ ਰਹੇ ਨੇ? ਸਰ ਜੋ ਲਾਹੌਰ ਦੇ ਵਿੱਚ ਤੁਸੀਂ ਦੇਖਿਆ ਉਹ ਅਲਹਮਦੁਲਿਲਾ ਇੱਥੇ ਆਰਿਫ ਵਾਲੇ ਵਿੱਚ ਵੀ ਅਸੀਂ ਦੇ ਰਹੇ ਹਾਂ। ਇੱਥੇ ਅਲਹਮਦੁਲਿਲਾ ਜਿਹੜਾ ਅੱਜ ਆਪਾਂ ਪੈਕੇਜ ਦੇ ਰਹੇ ਹਾਂ, ਇੱਕ ਲੈਮੋਜ਼ੀਨ ਹੈ ਜੀ, ਇਹ ਲੈਮੋਜ਼ੀਨ ਲੈਗਜ਼ਿਸ ਵਾਲਿਆਂ ਦੀ ਟੁੰਡਰਾ ਹੈਗੀ ਹੈ, ਠੀਕ ਹੋ ਗਿਆ। ਇਹਦੇ ਨਾਲ ਆਪਾਂ ਫੋਰਚੂਨਰ ਦੇ ਰਹੇ ਹਾਂ। ਫੋਰਚੂਨਰ ਤਕਰੀਬਨ 4 ਫੋਰਚੂਨਰ ਨੇ, ਨਾਲ ਇੱਕ ਡਾਲਾ ਹੈ। ਔਰ ਇਸ ਤਰ੍ਹਾਂ ਪੈਕੇਜ ਜਿਹੜੇ ਨੇ ਇਹ ਆਪਾਂ ਮਤਲਬ ਕਿ ਜੀ ਨਾ ਜਿਹੜੇ ਵੀ ਮੇਰੇ ਕੋਲ ਦੋਸਤ ਆਉਂਦੇ ਨੇ ਮੇਰੇ ਨਾਲ, ਜ਼ਿਆਦਾਤਰ ਜਿਹੜੇ ਸੋਸ਼ਲ ਮੀਡੀਆ ਦੇਖ ਕੇ ਆਉਂਦੇ ਨੇ, ਮਤਲਬ ਕਿ ਬਾਹਰੋਂ ਲੋਕ ਜਿਹੜੇ ਨੇ ਮੇਰੇ ਨਾਲ ਰਾਬਤਾ ਕਰਦੇ ਨੇ ਸਊਦੀਆ 'ਚੋਂ ਅੱਗੇ ਪਿੱਛੇ, ਮੈਨੂੰ ਉੱਥੇ ਬੈਠੇ ਬਿਆਨਾ ਭੇਜ ਦਿੰਦੇ ਨੇ ਕਿ ਸਰਦਾਰ ਸਾਹਿਬ ਸਾਡੇ ਗੱਡੀਆਂ 5-10 ਗੱਡੀਆਂ ਬੁੱਕ ਕਰ ਦਿਓ। ਉਹ ਫਿਰ ਅਸੀਂ ਇਸ ਤਰ੍ਹਾਂ ਅਲਹਮਦੁਲਿਲਾ ਜੋ ਦੋਸਤ ਲੋਕ ਮਤਲਬ ਕਿ ਪਹਿਲੇ ਦੇਖਦੇ ਹੁੰਦੇ ਸੀ ਪਿੰਡੀ ਵਿੱਚ ਗੱਡੀਆਂ ਦੇਖਦੇ ਸੀ, ਆ ਰਹੀਆਂ ਨੇ ਜਾ ਰਹੀਆਂ ਨੇ ਜੀ, ਵੱਡੀਆਂ ਗੱਡੀਆਂ, ਉਹ ਅਲਹਮਦੁਲਿਲਾ ਜੀ ਅੱਜ ਅਸੀਂ ਇਸ ਛੋਟੇ ਜਿਹੇ ਸ਼ਹਿਰ ਆਰਿਫ ਆਲਾ ਦੇ ਵਿੱਚ ਅਸੀਂ ਲਿਆ ਕੇ ਖੜੀਆਂ ਕਰ ਦਿੱਤੀਆਂ ਨੇ। ਸਰਦਾਰ ਸਾਹਿਬ ਮੈਂ ਦੇਖਿਆ ਕਿ ਆਰਿਫ ਆਲਾ ਦੀ ਆਵਾਮ ਸਾਹੀਵਾਲੋਂ ਜਾਂ ਲਾਹੌਰੋਂ ਗੱਡੀਆਂ ਮੰਗਵਾਉਂਦੀ ਸੀ। ਬੜਾ ਐਕਸਪੈਂਸਿਵ ਕੰਮ ਸੀ, ਬੜਾ ਮਹਿੰਗਾ ਪੈਂਦਾ ਸੀ। ਪਹਿਲੇ ਤੇ ਲਾਹੌਰ ਤੋਂ ਲੈ ਕੇ ਆਰਿਫ ਆਲਾ ਤੱਕ ਦਾ ਪੈਟਰੋਲ ਦਾ ਖਰਚਾ, ਅਗਰ ਸਾਹੀਵਾਲੋਂ ਆਉਂਦੀ ਤਾਂ ਵੀ ਖਰਚਾ। ਹੁਣ ਚੂੰਕਿ ਉਹਨਾਂ ਨੂੰ ਆਪਣੇ ਸ਼ਹਿਰ 'ਚ ਮਿਲ ਰਿਹਾ, ਕਿਆ ਜਿਹੜਾ ਉਹ ਖਰਚਾ ਲੋਕ ਅਫੋਰਡ ਕਰਦੇ ਸੀ ਉਹਦੇ ਤੋਂ ਬਚਤ ਹੋਏਗੀ ਆਵਾਮ ਦੀ? ਸਰ ਬਿਲਕੁਲ ਬਚਤ ਹੋਏਗੀ। ਉਸ ਤੋਂ ਬਾਅਦ ਤੁਸੀਂ ਦੇਖੋ ਨਾ, ਇੱਕ ਬੰਦਾ ਲਾਹੌਰ ਬੈਠਾ ਹੋਇਆ ਹੈ, ਤੁਸੀਂ ਇੱਥੋਂ ਕਿਸ ਤਰ੍ਹਾਂ ਉਸ 'ਤੇ ਇਤਬਾਰ ਕਰਕੇ ਤੁਸੀਂ ਉਹਨੂੰ ਬਿਆਨਾ ਭੇਜੋਗੇ? ਤੁਸੀਂ ਉਹਨੂੰ ਦੇ ਤੱਕ ਉਹਨੂੰ ਬਿਆਨਾ ਨਹੀਂ ਭੇਜ ਸਕਦੇ ਜਿੰਦੇ ਤੱਕ ਇੱਥੋਂ ਤੁਸੀਂ ਚਲੇ ਨਾ ਜਾਓ ਉਹਨਾਂ ਕੋਲੇ। ਉੱਥੇ ਜਾ ਕੇ ਤੁਸੀਂ ਪਹਿਲੇ ਜਾਓਗੇ 20,000 ਰੁਪਏ ਤੁਸੀਂ ਖਰਚਾ ਉਹ ਕਰ ਦਿੱਤਾ, ਫਿਰ ਤੁਸੀਂ ਰਸਤੇ 'ਚ ਵੀ ਕੁਛ ਨਾ ਕੁਛ ਕਰਨਾ ਹੈ। ਉਸ ਤੋਂ ਬਾਅਦ ਇੱਥੇ ਜਿਹੜਾ ਅਸੀਂ ਇਹ ਤੁਹਾਡੇ ਵਾਸਤੇ ਆਪਣੇ ਭਰਾਵਾਂ ਵਾਸਤੇ ਸਹੂਲਤ ਇੱਕ ਲਿਆਂਦੀ ਹੈ। ਇੱਕ ਸਾਡੀ ਇੱਕ ਬ੍ਰਾਂਚ ਇੱਥੇ ਹੈ, ਇੱਕ ਸਾਡੀ ਪਾਕਪੰਦਰ ਬ੍ਰਾਂਚ ਹੈ, ਇੱਕ ਸਾਡੀ ਚੀਚਾਵਤਨੀ ਬ੍ਰਾਂਚ ਹੈ ਸਮਾਰਟ ਟਰੈਵਲ ਦੇ ਨਾਂ ਤੋਂ। ਔਰ ਅਲਹਮਦੁਲਿਲਾ ਜੀ ਅਸੀਂ ਜੋ ਗੱਡੀ ਲਾਹੌਰੋਂ ਇੱਥੇ ਆਉਣ ਦਾ 60,000 ਰੁਪਏ 50,000 ਰੁਪਏ ਰੈਂਟ ਲੈਂਦੀ ਸੀ, ਅਸੀਂ ਆਰਿਫ ਆਲਾ ਦੇ ਵਿੱਚ 25,000 ਰੁਪਏ ਵਿੱਚ ਦੇ ਰਹੇ ਹਾਂ ਗੱਡੀ, ਤੇ ਗੱਡੀ ਵੀ ਬਿਲਕੁਲ ਨਵੀਂ ਦੇ ਰਹੇ ਹਾਂ। ਸਰ ਇਹ ਮਾਸ਼ਾਅੱਲਾ ਬੜਾ ਅੱਛਾ ਪੈਕੇਜ ਦੇ ਰਹੇ ਹੋ। ਅਗਰ ਕੋਈ ਸਿੰਗਲ ਲੈਣਾ ਚਾਹਵੇ, ਲੈਮੋਜ਼ੀਨ ਦਾ ਹਰ ਗਲੀ ਮਹੱਲੇ 'ਚ ਜਾਣ ਵਾਲੀ ਗੱਡੀ ਨਹੀਂ ਗੀ, ਇਹ ਮੇਨ ਰੋਡਾਂ ਤੇ ਚੱਲਣ ਵਾਲੀ ਗੱਡੀ ਹੈ। ਲੋਕ ਇਹਨੂੰ ਕਿਵੇਂ ਮੈਨੇਜ ਕਰਨਗੇ? ਬੜਾ ਗੁੰਜਾਨ ਆਬਾਦ ਇਲਾਕਾ ਹੈ। ਅਸੀਂ ਸਰ ਉਹਦੇ ਵਾਸਤੇ ਕਿ ਲੈਮੋਜ਼ੀਨ ਜਿਹੜੇ ਬੰਦੇ ਨੇ ਕਰਾਈ ਹੈ ਨਾ ਜੀ, ਅਗਰ ਉਹਦੀ ਗਲੀ ਵਿੱਚ ਗੱਡੀ ਨਹੀਂ ਜਾ ਸਕਦੀ, ਮਤਲਬ ਉਹਦੇ ਮਹੱਲੇ ਵਿੱਚ ਗੱਡੀ ਨਹੀਂ ਜਾ ਸਕਦੀ, ਉਹ ਨਾਲ ਸਾਡੇ ਕੋਲ ਮਿਨੀ ਕੂਪਰ ਕਰਾ ਲੈਂਦਾ ਜੀ। 2 ਸੀਟਰ ਜਿਹੜੀ ਹੁੰਦੀ, ਜਿਹੜੀ ਮਤਲਬ ਕਿ ਕਹਿ ਲਓ ਕਿ ਦੁਲਹਨ ਔਰ ਦੁਲੇ ਵਾਸਤੇ ਹੁੰਦੀ ਹੈ, ਉਹਦੇ ਵਿੱਚ ਬਿਠਾ ਕੇ ਅਸੀਂ ਉਹਨਾਂ ਦੇ ਘਰ ਦੇ ਅੱਗੋਂ ਅਸੀਂ ਲੈਮੋਜ਼ੀਨ ਕੋਲ ਲੈਣ, ਲੈਮੋਜ਼ੀਨ ਦੇ ਵਿੱਚ ਬਿਠਾ ਕੇ ਅਸੀਂ ਫਿਰ ਜੀ ਉਹਨਾਂ ਨੂੰ ਸ਼ਾਦੀ ਹਾਲ ਤੱਕ ਲੈ ਜਾਣਾ ਹੁੰਦਾ ਹੈ ਜੀ। ਤੇ ਸਿੰਗਲ ਲੈਮੋਜ਼ੀਨ ਵੀ ਲੱਭ ਜਾਂਦੀ ਹੈ ਤੇ ਪੂਰਾ
ਮਤਲਬ ਪੈਕੇਜ ਬਾਕੀ ਗੱਡੀ ਜੀ ਜੀ ਪੂਰਾ ਪੈਕੇਜ ਵੀ ਮਿਲ ਜਾਂਦਾ ਹੈ, ਸਿੰਗਲ ਜਿਹੜੀ ਲੈਮੋਜ਼ਿਨ ਇਹ ਵੀ ਮਿਲ ਜਾਂਦੀ ਹੈ ਜੀ। ਸਾਡੇ ਕੋਲੇ ਇੱਕ ਲੈਮੋਜ਼ਿਨ ਇਹ ਹੈ, ਇਸ ਤੋਂ ਬਾਅਦ BMW ਦੇ ਵਿੱਚ ਹੈ, ਉਸ ਤੋਂ ਬਾਅਦ ਇੱਕ ਛੋਟੀ ਗੱਡੀ ਵੀ ਹੈ, ਮਤਲਬ ਕਿ ਜਿਹਦੇ ਵਿੱਚ ਤੁਸੀਂ ਕਹਿ ਲਓ ਕਿ ਨਾ ਆਪਣੇ ਕੋਲੇ ਮਰਸੀਡੀਜ਼ ਦੇ ਵਿੱਚ ਵੀ ਹੈ, ਉਸ ਤੋਂ ਬਾਅਦ ਪ੍ਰਾਡੋ ਦੇ ਵਿੱਚ ਵੀ ਸਾਡੇ ਕੋਲੇ ਇਹ ਅਵੇਲੇਬਲ ਹੈ। ਮਤਲਬ ਕਿ ਟੋਟਲ ਜਿਹੜੀਆਂ ਨੇ ਤਕਰੀਬਨ ਕਹਿ ਲਓ 4 ਤੋਂ 5 ਸਾਡੇ ਕੋਲ ਲੈਮੋਜ਼ਿਨ ਅਵੇਲੇਬਲ ਨੇ। ਔਰ ਰੇਟ ਕੀ ਮੇਰੀ ਸ਼ਹਿਰ ਦੀ ਆਵਾਮ ਵਾਸਤੇ? ਤੁਹਾਡੀ ਸ਼ਹਿਰ ਦੀ ਆਵਾਮ ਵਾਸਤੇ ਅਗਰ ਇਹ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲ ਆਣਗੇ, ਸਾਨੂੰ ਦੱਸਣਗੇ ਆ ਕੇ, ਤੇ ਇਨਸ਼ਾਅੱਲਾ ਜਿਹੜੀ ਇਹ ਹੀ ਲੈਮੋਜ਼ਿਨ ਹੈ ਜੀ, ਇਹ ਤਕਰੀਬਨ ਤੁਸੀਂ ਕਹਿ ਲਓ ਕਿ 80 ਤੋਂ 90 ਹਜ਼ਾਰ ਰੁਪਏ ਵਿੱਚ ਉਹਨਾਂ ਨੂੰ ਮਿਲ ਜਾਇਆ ਕਰੇਗੀ। ਤੁਹਾਡੀ ਵੀਡੀਓ ਦੇਖ ਕੇ ਸਿਰਫ ਆਣਗੇ ਤਾਂ। ਔਰ ਅਲਹਮਦੁਲਿਲਾ ਜਿਹੜੀ ਇਹ ਗੱਡੀ ਮੈਂ ਅੱਜ ਦਿੱਤੀ ਹੈ ਜੀ, ਔਰ ਜਿਸ ਬੰਦੇ ਨੇ ਦਿੱਤੀ ਹੈ, ਅਗਰ ਉਹ ਮੇਰਾ ਇੰਟਰਵਿਊ ਦੇਖੇਗਾ, ਉਹ ਕਹੇਗਾ ਕਾਸ਼ ਇਹ ਇੰਟਰਵਿਊ ਪਹਿਲੇ ਹੋਇਆ ਹੁੰਦਾ ਤੇ ਮੈਂ ਭਾਈ ਨੂੰ ਮਿਲ ਲੈਂਦਾ, ਫਿਰ ਮੈਨੂੰ ਕਾਸ਼ ਇਹਦੇ ਵਿੱਚ ਬਹੁਤ ਜ਼ਿਆਦਾ ਮੈਨੂੰ ਲੈਸ ਹੋ ਜਾਣਾ ਸੀ, ਡਿਸਕਾਊਂਟ ਹੋ ਜਾਣਾ ਸੀ। ਇਹ ਚੀਜ਼ ਹੈ ਜੀ। ਸਰ ਰੇਟ ਇਹ ਤੁਸੀਂ ਜਿਹੜਾ ਦੱਸਿਆ ਇਹ ਆਰਐਫ ਵਾਲਿਆਂ ਦਾ ਸ਼ਹਿਰ ਦਾ ਵਾ ਜਾਂ ਸ਼ਹਿਰੋਂ ਬਾਹਰ ਜਾਂਦਾ ਹੈ? ਨਹੀਂ ਸਰ, ਇਹ ਸ਼ਹਿਰ ਦੇ ਅੰਦਰ ਆਰਫ ਵਾਲੇ ਦਾ ਹੈ, ਕਿਉਂਕਿ ਜਿਸ ਤਰ੍ਹਾਂ ਗੱਡੀ ਬਾਹਰ ਨਿਕਲੇਗੀ ਉਹਦੇ ਵਿੱਚ ਫਿਊਲ ਦਾ ਖਰਚਾ ਹੈ, ਠੀਕ ਹੋ ਗਿਆ। ਨਾਲ ਸਾਡੇ ਡਰਾਈਵਰ ਵੀ ਨੇ, ਹੈਲਪਰ ਹੁੰਦਾ ਇੱਕ ਉਹਦੇ ਵਿੱਚ। ਹੈਲਪਰ ਦਾ ਮਤਲਬ ਮਕਸਦ ਗੱਡੀ ਨੂੰ ਮਤਲਬ ਕਿ ਆ ਰਹੀ ਹੈ ਗੱਡੀ, ਮਤਲਬ ਕਿ ਗੱਡੀ ਲਗਵਾਉਣੀ ਕਿਸੇ ਜਗ੍ਹਾ ਤੇ ਕੋਈ ਟ੍ਰੈਫਿਕ ਰੋਕਣੀ ਜੀ, ਉਹ ਸਭ ਕੁਝ। ਸਾਡੇ ਕੋਲੇ ਸਿਕਿਉਰਿਟੀ ਗਾਰਡ ਵੀ ਅਵੇਲੇਬਲ ਹੁੰਦੇ ਨੇ, ਮਤਲਬ ਕਿ ਜਿਹੜੇ ਅਸੀਂ ਜਿਹੜਾ ਨਾ ਜੀ ਕਾਨੂੰਨ ਦੀ ਜਿਹੜੀ ਪਾਸਦਾਰੀ ਕਰੀਦੀ ਹੈ। ਸਾਡੀਆਂ ਗੱਡੀਆਂ ਜਿੰਨੀਆਂ ਦੇਖੋਗੇ, ਫੋਰਚੂਨਰ ਦੇਖੋਗੇ, ਕਿਸੇ ਗੱਡੀ ਦੇ ਪੇਪਰ ਨਹੀਂ ਲੱਗਾ ਹੋਏਗਾ। ਗੱਡੀ ਦਾ ਜਿਹੜਾ ਹੋਏਗਾ ਮਾਲਕ ਹੋਏਗਾ, ਗੱਡੀ ਦਾ ਡਰਾਈਵਰ ਹੋਏਗਾ, ਉਹਦੇ ਕੋਲੇ ਆਪਣਾ ਡਰਾਈਵਿੰਗ ਲਾਇਸੈਂਸ ਅਵੇਲੇਬਲ ਹੋਏਗਾ, ਹਰ ਚੀਜ਼ ਓਕੇ ਹੋਏਗੀ। ਮਤਲਬ ਕਿ ਸਾਡੇ ਤੁਸੀਂ ਇਹ ਨਹੀਂ ਦੇਖੋਗੇ ਕਿ ਸਮਾਰਟ ਟਰੈਵਲ ਦੀ ਗੱਡੀ ਕਿਸੇ ਜਗ੍ਹਾ ਤੇ ਰੁਕੀ ਹੋਈ ਹੈ ਜਾ ਕੇ ਤੇ ਉਹਨੂੰ ਕੋਈ ਪੁਲਿਸ ਵਾਲਾ ਰੋਕ ਕੇ ਖੜਾ ਹੋਇਆ ਵੀ ਇਹਦਾ ਡਰਾਈਵਿੰਗ ਲਾਇਸੈਂਸ ਨਹੀਂ ਹੈ ਜੀ, ਇਹਦੀ ਆਹ ਚੀਜ਼ ਕਲੀਅਰ ਨਹੀਂ, ਆਹ ਚੀਜ਼ ਕਲੀਅਰ। ਅਲਹਮਦੁਲਿਲਾ ਹਰ ਚੀਜ਼ ਕਲੀਅਰ ਹੈ ਜੀ। ਡਾਕਟਰ ਸਾਹਿਬ ਬੜੀ ਥੋੜੀ ਉਮਰ ਹੈ ਤੇ ਐਕਸਪੀਰੀਅੰਸ ਮਾਸ਼ਾਅੱਲਾ ਕਾਫੀ ਤੁਹਾਡਾ ਜ਼ਿਆਦਾ ਉਮਰ ਨਾਲੋਂ। ਇਸ ਕੰਮ ਚ ਆਉਣ ਦੀ ਵਜ੍ਹਾ ਕੀ ਹੈ ਤੇ ਕਿੰਨੀ ਦੇਰ ਤੋਂ ਕਰਦੇ ਪਏ? ਸਰ ਦੇਖੋ, ਇਹ ਗੱਡੀਆਂ ਦਾ ਇੱਕ ਸ਼ੌਕ ਸੀ ਮੈਨੂੰ ਬਹੁਤ, ਮਤਲਬ ਕਿ ਨਾ ਕਹਿ ਲਓ ਕਿ ਜਿਹੜਾ ਇੱਕ ਹੱਦ ਤੱਕ, ਜਿਹੜੇ ਇੱਕ ਲੈਵਲ ਤੱਕ ਮੈਨੂੰ ਇਹ ਸ਼ੌਕ ਸੀ ਗੱਡੀਆਂ ਦਾ। ਮਤਲਬ ਦੇਖੀ ਦੀਆਂ ਸੀ ਗੱਡੀਆਂ ਆਉਂਦੀਆਂ ਜਾਂਦੀਆਂ। ਅਲਹਮਦੁਲਿਲਾ ਵਾਲਿਦ ਸਾਹਿਬ ਕੋਲੇ ਵੀ ਗੱਡੀਆਂ ਹੈ ਸੀ, ਪਰ ਇਸ ਲੈਵਲ ਤੱਕ ਨਹੀਂ ਹੈ ਜਿਸ ਤਰ੍ਹਾਂ ਇਹ ਮਾਸ਼ਾਅੱਲਾ ਗੱਡੀਆਂ ਨੇ। ਤੇ ਇਸ ਤੋਂ ਪਹਿਲੇ ਮੈਂ ਮੰਡੀ ਵਿੱਚ ਕੰਮ ਕਰਦਾ ਸੀ, ਆਪਣੀ ਦਾਣਾ ਮੰਡੀ ਜੀ, ਇੱਥੇ ਮੈਂ ਕੰਮ ਕਰਦਾ ਸੀ ਆਰਫ ਵਾਲੇ ਵਿੱਚ, ਸਿਲੈਕਟਰੀ ਕਰਦਾ ਹੁੰਦਾ ਸੀ। 2 ਸਾਲ ਮੈਂ ਸਿਲੈਕਟਰੀ ਕੀਤੀ, ਮਾਲ ਵਗੈਰਾ ਖਰੀਦਿਆ ਲਿਆਂਦਾ। ਉਹ ਜਦੋਂ ਜਾਇਦਾ ਸੀ ਝੋਨੇ ਵਿੱਚ ਜਾ ਕੇ ਹੱਥ ਪਾਉਣਾ ਜੀ, ਉਹ ਸਾਰੇ ਹੱਥ ਪਰ ਨਾ ਉਹ ਸਮਝ ਨਹੀਂ ਆਉਣਾ, ਮਤਲਬ ਕਿ ਨਾ ਦਿਮਾਗ ਨੇ ਸਾਨੂੰ ਇੱਕ ਨਾ ਚੱਲਦਾ ਰਹਿਣਾ ਕਿ ਨਹੀਂ ਤੂੰ ਇਸ ਕੰਮ ਵਾਸਤੇ ਨਹੀਂ ਬਣਿਆ, ਇਹ ਤੈਨੂੰ ਕੰਮ ਜਿਹੜਾ ਨਾ ਤੇਰਾ ਇੱਕ ਮਿਲੇਗਾ। ਮੈਂ ਜੀ ਇੱਕ ਆਲਟੋ ਤੋਂ ਕੰਮ ਸ਼ੁਰੂ ਕੀਤਾ। ਇੱਕ ਤੁਹਾਨੂੰ ਮਜ਼ੇ ਦੀ ਮੈਂ ਗੱਲ ਹੋਰ ਸੁਣਾਉਣਾ ਜੀ। ਆਲਟੋ ਗੱਡੀ ਮੈਂ ਨਾ ਜੀ ਇੱਕ ਦੋਸਤ ਕੋਲ ਲੈਣ ਲਈ ਗਿਆ, ਪਹਿਲੇ ਦਿਨ ਦਾ ਰਿਹਾ ਗੱਡੀ ਦਾ ਨਾ ਇੰਜਨ ਵਗੈਰਾ ਸੀਲ ਹੋ ਗਿਆ। ਮੈਂ ਉਹਦਾ ਕੁਝ ਰਜਾਨਾ ਬਣਿਆ, ਮੈਂ ਕਰਵਾਤਾ ਉਹਨੂੰ। ਬੰਦੇ ਨੇ ਬਾਜ਼ਨ ਕੀਤਾ, ਉਹਨੇ ਕਿਹਾ ਜੀ ਆਮਰ ਡੋਗਰ ਕੰਮ ਨਹੀਂ ਕਰਵਾ ਕੇ ਦੇ ਸਕਦਾ ਤੈਨੂੰ ਗੱਡੀ ਦਾ, ਲਿਹਾਜ਼ਾ ਗੱਡੀ ਨਾ ਦਿਓ। ਬੰਦਾ ਮੇਰੇ ਕੋਲ ਆਇਆ ਸਵਾਰੀ, ਮੈਂ ਕਿਹਾ ਜੀ ਗੱਡੀ ਦਿਓ ਮੈਨੂੰ। ਉਹਨੇ ਕਿਹਾ ਗੱਡੀ ਸਰਦਾਰ ਸਾਹਿਬ ਨਹੀਂ ਖੜੀ ਹੋਈ। ਮੈਂ ਬੰਦੇ ਦਾ ਡਾਇਰੈਕਟ ਨੰਬਰ ਦਿੱਤਾ, ਮੈਂ ਕਿਹਾ ਜਾਓ ਉਹਦੇ ਕੋਲ ਗੱਡੀ ਲਓ ਜਾ ਕੇ। ਉਹ ਗਿਆ, ਉਹਨੇ ਗੱਡੀ ਲੈ ਲਈ, ਮੈਂ ਬਾਹਰ ਖੜਾ ਹੋਇਆ। ਜਦੋਂ ਬੰਦਾ ਬਾਹਰ ਨਿਕਲਿਆ ਉਹਨੇ ਮੈਨੂੰ ਦੇਖਿਆ ਤੇ ਪਰੇਸ਼ਾਨ ਹੋ ਗਿਆ, ਮੈਂ ਵੀ ਪਰੇਸ਼ਾਨ ਹੋ ਗਿਆ। ਤੇ ਉਦੋਂ ਮੈਂ ਨਾ ਜੀ ਆਪਣੇ ਅੱਲਾਹ ਤਾਲਾ ਕੋਲੋਂ ਦੁਆ ਕੀਤੀ। ਉਹ ਬੰਦਾ ਮੇਰੇ ਨਾਲ ਖੜਾ ਹੋਇਆ ਸੀ। ਮੈਂ ਆਪਣੇ ਰੱਬ ਕੋਲ ਦੁਆ ਕੀਤੀ ਕਿ ਯਾ ਅੱਲਾ, ਤੂੰ ਸਾਨੂੰ ਕਿਸ ਤਰ੍ਹਾਂ ਦੇ ਬੰਦੇ ਨੇ ਮੁਤਾਜ ਕਰਤਾ, ਜਿਹੜੇ ਆਪ ਅੱਗੇ ਕਿਸੇ ਦੇ ਮੁਤਾਜ ਨੇ, ਤੂੰ ਸਾਨੂੰ ਉਹਨਾਂ ਦਾ ਮੁਤਾਜ ਕਰਤਾ ਤੇ ਸਾਨੂੰ ਇੱਜ਼ਤ ਦੇ ਤੇ ਸਾਨੂੰ ਕੰਮ ਕਰਨ ਦੀ ਤੌਫੀਕ ਦੇ, ਸਾਨੂੰ ਆਪਣੀਆਂ ਗੱਡੀਆਂ ਦੇ। ਤੁਸੀਂ ਯਕੀਨ ਕਰੋਗੇ, ਪਤਾ ਨਹੀਂ ਉਹ ਵੇਲਾ ਸੁਣਨ ਦਾ ਵੇਲਾ ਸੀ, ਕਬੂਲੀਅਤ ਦਾ ਵੇਲਾ ਸੀ, ਇਸ ਤਰ੍ਹਾਂ ਦਾ ਵੇਲਾ ਸੀ। ਤੁਸੀਂ ਯਕੀਨ ਕਰੋ, ਮੈਂ ਰੱਬ ਨੂੰ ਆਦਰ ਨਾਦਰ ਕਰਕੇ ਨਾ ਇਸ ਲਫ਼ਜ਼ਾਂ ਦੇ ਵਿੱਚ ਇੱਕ ਲਫ਼ਜ਼ ਵੀ ਅਗਰ ਝੂਠ ਹੋਏਗਾ ਨਾ ਤੇ ਮੈਂ ਰੱਬ ਨੂੰ ਮੂੰਹ ਦਿਖਾਣਾ, ਮੇਰੀ ਪਕੜ ਹੋਵੇ ਉਸका, ਇੱਕ ਲਫ਼ਜ਼ ਵੀ ਝੂਠ ਹੋਵੇ। ਅੱਲਾਹ ਤਾਲਾ ਨੇ ਇਸ ਤਰ੍ਹਾਂ ਇੱਜ਼ਤ ਦਿੱਤੀ, ਇਸ ਤਰ੍ਹਾਂ ਇੱਜ਼ਤ ਦਿੱਤੀ। ਮੈਂ ਅਕਸਰ ਕਈ ਦਫਾ ਦੋਸਤ ਵਾਲਿਦ ਸਾਹਿਬ ਨਾਲ ਬੈਠੇ ਹੋਈਦਾ ਸੀ ਕਈ ਵਾਰੀ ਨਾ ਜੀ, ਤੇ ਉਹਨਾਂ ਨੂੰ ਮੈਂ ਸਵਾਲ ਕਰਨਾ ਕਿ ਇੰਨੇ ਔਕਾਤ ਦੇ ਮਾਲਕ ਨਹੀਂ ਸਨ ਅੱਲਾਹ ਤਾਲਾ ਨੇ ਜਿੰਨਾਂ ਨੂੰ ਵਾਸਤਾ। ਜਿਹੜੀਆਂ ਗੱਡੀਆਂ ਅਸੀਂ ਅਕਸਰ ਲਾਹੌਰੋਂ ਲੰਘੀਆਂ ਸੀ, ਗੱਡੀਆਂ ਖੜੀਆਂ ਦੇਖੀ ਦੀਆਂ ਸੀ, ਤੇ ਅੱਲਾਹ ਤਾਲਾ ਨੇ ਅੱਜ ਸਾਡੇ ਦਰਵਾਜ਼ਿਆਂ ਤੋਂ ਖੜੀਆਂ ਕਰਤੀਆਂ ਲਿਆ ਕੇ, ਠੀਕ ਹੈ ਜੀ। ਤੇ ਅੱਲਾਹ ਤਾਲਾ ਹੁੰਦਾ ਜੀ ਇੱਜ਼ਤ ਦੇਣ ਵਾਲਾ, ਜ਼ਿਲਤ ਔਰ ਇੱਜ਼ਤ ਅੱਲਾਹ ਤਾਲਾ ਦੇ ਹੱਥ 'ਚ ਜੀ, ਜਿਹਨੂੰ ਚਾਹਵੇ ਦੇ ਸਕਦਾ। ਬਹਰਹਾਲ ਮੇਰੇ ਕੋਲੇ ਜਿਹੜਾ ਬੰਦਾ ਆਉਂਦਾ, ਯਕੀਨ ਕਰੋ ਮੈਂ ਉਹ ਸੋਚਣਾ ਕਿ ਯਾਰ ਇਹ ਬੰਦਾ ਪਤਾ ਨਹੀਂ ਕਿਸ ਹਿਸਾਬ ਨਾਲ ਆਇਆ, ਕਿਸ ਸ਼ੌਕ ਨਾਲ ਆਇਆ, ਇਹਨੂੰ ਗੱਡੀ ਦਿਓ। ਮਤਲਬ ਰੇਟ ਆਪ ਉਸ ਹਿਸਾਬ ਨਾਲ ਰੇਟ ਉਹਨੂੰ ਕਹਦੇ ਯਾਰ ਤੂੰ ਦੱਸ ਤੂੰ ਕੀ ਕਹਿਣਾ। ਡਾਕਟਰ ਸਾਹਿਬ ਤੁਹਾਡੀ ਗੱਲ ਤੋਂ ਹੀ ਇੱਕ ਗੱਲ ਮੈਂ ਕਰਾਂਗਾ ਕਿ ਆਰਫ ਵਾਲੇ ਦੇ ਜਿਹੜੇ ਮੈਰਿਜ ਹਾਲ ਨੇ ਬਹੁਤ ਨਜ਼ਦੀਕ ਨੇ। ਕੋਈ ਐਸਾ ਬੰਦਾ ਮੇਰੇ ਵਰਗਾ ਗਰੀਬ ਵੀ ਆ ਜਾਂਦਾ ਜਿੰਦਾ ਸ਼ੌਕ ਵੀ ਹੈਗਾ ਲੇਕਿਨ ਅਫੋਰਡ ਨਹੀਂ ਕਰਦਾ, ਕੀ ਪਿਆਰ ਮੁਹੱਬਤ ਕਰੋਗੇ? ਸਰ ਉਹਨਾਂ ਵਾਸਤੇ ਉਹ ਅਕਸਰ ਮੈਨੂੰ ਦੋਸਤ ਕਹਿੰਦੇ ਸਾਨੂੰ ਫੋਰਚੂਨਰ ਚਾਹੀਦੀ। ਮੈਂ ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਫੋਰਚੂਨਰ ਨੂੰ ਇੱਕ ਸਾਈਡ ਤੇ ਰੱਖੋ, ਹੈਵਲ ਗੱਡੀ ਚੈੱਕ ਕਰੋ, ਅਚਾਨਕ 7 ਗੱਡੀ ਚੈੱਕ ਕਰੋ, ਗੱਡੀਆਂ ਬੜੀਆਂ ਪਿਆਰੀਆਂ ਨੇ ਉਹ, ਠੀਕ ਹੈ। ਤੇ ਉਹ ਅਸੀਂ ਉਹਨਾਂ ਨੂੰ 18-19 ਹਜ਼ਾਰ 'ਚ ਦੇ ਦਈਏ, ਅਗਰ ਸ਼ਹਿਰ ਦੇ ਵਿੱਚ ਇਹਦੇ ਅਸੀਂ 15 ਹਜ਼ਾਰ 'ਚ ਦੇ ਦਈਏ। ਪਰ ਉਹਨਾਂ ਦਾ ਇੱਕ ਮਾਈਂਡਸੈਟ ਕਿ ਅਸੀਂ ਇੱਕ ਫੋਰਚੂਨਰ ਲੈ ਦੀ, ਫਿਰ ਉਹਨਾਂ ਨੂੰ ਅਸੀਂ 20,000-22,000 ਰੁਪਏ ਵਿੱਚ ਅਸੀਂ ਉਹਨਾਂ ਨੂੰ ਦੇ ਦਈਏ, ਠੀਕ ਹੈ। ਔਰ ਬਾਕਾਇਦਾ ਹੈ ਕਿ ਮੇਰੇ ਕੋਲ ਜਿੰਨੇ ਵੀ ਡਰਾਈਵਰ ਆਉਂਦੇ ਨਾ ਜੀ, ਮੈਨੂੰ ਅਗਰ ਬਚੇ ਨਾ 5,000 4,000 2,000 ਰੁਪਏ ਕਿਸੇ ਗੱਡੀ 'ਚੋਂ, ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ 1,000 ਤੋਂ 1,500 ਰੁਪਏ ਉਸ ਡਰਾਈਵਰ 'ਤੇ ਲਗਾ ਦੇਵਾਂ। ਮੈਂ ਕੁਛ ਨਾ ਕੁਛ ਮੇਰੇ ਕੋਲ ਜਿੰਨਾ ਵੀ ਹੁੰਦਾ ਛੋਟਾ ਮੋਟਾ ਕੋਈ ਗਿਫਟ ਜੀ, ਉਹ ਮੈਂ ਉਹਨੂੰ ਦੇ ਦੇਣਾ ਜੀ। ਜਿਸ ਤਰ੍ਹਾਂ ਤੁਹਾਡੇ ਆਉਣ ਤੋਂ ਪਹਿਲੇ ਮੈਂ ਨੁਮਾਨ ਭਾਈ ਹਰਾਂ ਨੂੰ, ਨਈਮ ਭਾਈ ਹਰਾਂ ਨੂੰ, ਮੈਂ ਸਾਰਿਆਂ ਨੂੰ ਗਿਫਟ ਦਿੱਤੇ ਨੇ ਜੀ। ਮੈਂ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ ਗਿਫਟ ਦਾ ਸਾਈਜ਼ ਨਹੀਂ ਦੇਖਣਾ, ਮੇਰਾ ਖਲੂਸ ਤੇ ਮੇਰੀ ਮੁਹੱਬਤ ਦੇਖਣੀ ਹੈ,
ਠੀਕ ਹੈ, ਜਿਹੜਾ ਮੈਂ ਤੁਹਾਡੇ ਨਾਲ ਮਤਲਬ ਕਿ ਤਾਵਨ ਕੀਤਾ, ਮੈਂ ਹੋਰ ਮੈਂ ਤਾਂ ਇਹ ਨਹੀਂ ਕਿ ਮੈਂ ਤੁਹਾਡੇ ਨਾਲ ਤਾਵਨ ਕਰ ਰਿਹਾ ਤੁਸੀਂ ਅਗਲੀ ਦਫਾ ਮੈਨੂੰ ਰੇਟ ਘੱਟ ਦਿਓਗੇ, ਰੇਟ ਤੁਸੀਂ ਉਹੀ ਦੇਣਾ ਜਿਹੜਾ ਮੈਨੂੰ ਦਿੱਤਾ ਹੈ। ਠੀਕ ਹੈ, ਤੁਸੀਂ ਵੀ ਰੋਜ਼ੀ ਕਮਾਉਣ ਆਉਂਦੇ ਜੇ, ਮੈਂ ਵੀ ਰੋਜ਼ੀ ਕਮਾ ਰਿਹਾ, ਕਿਸੇ ਨੂੰ ਤੁਹਾਡੇ ਵਸੀਲੇ ਕਿਸੇ ਨੂੰ ਮੇਰੇ ਵਸੀਲੇ, ਇਹ ਨਿਜ਼ਾਮ ਸਾਰਾ ਚੱਲਦਾ ਹੈ ਜੀ। ਡਾਕਟਰ ਸਾਹਿਬ ਸ਼ਾਦੀਆਂ ਦਾ ਸੀਜ਼ਨ ਇਸ ਟਾਈਮ ਟੌਪ ਤੇ ਆ ਪਾਕਿਸਤਾਨ ਪੰਜਾਬ ਦੇ ਅੰਦਰ, ਬਿਲਖਸੂਸ ਦਸੰਬਰ ਜਿਹੜਾ ਨਾ ਜੀ ਉਹ ਸ਼ਾਦੀਆਂ ਦਾ ਸੀਜ਼ਨ ਹੈ। ਲੈਮੋਜ਼ੀਨ ਖੜੀ ਹੈ, ਲੈਣ ਵਾਲੇ ਜ਼ਿਆਦਾ, ਗੱਡੀਆਂ ਥੋੜੀਆਂ ਹੋਣਗੀਆਂ, ਤੇ ਕੀ ਕਰੋਗੇ, ਬਾਹਰੋਂ ਮੰਗਵਾ ਕੇ ਦਿਓਗੇ? ਸਰ ਉਹ ਜ਼ਾਹਰ ਹੈ ਗੱਡੀਆਂ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਨੇ, ਉਹਦੇ ਮੈਂ ਤੁਹਾਨੂੰ ਇਹ ਦੱਸਦਾ ਜਿਹੜੀ ਅੱਜ ਦੀ ਡੇਟ ਹੈ ਨਾ ਜੀ, ਅੱਜ 12 ਦਸੰਬਰ ਹੈ, ਜਿਹੜੀ ਗੱਡੀ ਅੱਜ ਬੁੱਕ ਹੋਈ ਹੈ 1 ਮਹੀਨਾ ਪਹਿਲੇ ਗੱਡੀ ਬੁੱਕ ਹੋਈ ਹੋਈ ਹੈ ਤੁਹਾਡੀ ਇਤਲਾਹ ਵਾਸਤੇ। ਹਾਂਜੀ, ਨਾਲ ਸਾਡੇ ਕੋਲ ਫੋਰਚੂਨਰ ਖੜਾ ਹੋਇਆ ਇੱਕ 444 ਨੰਬਰ, ਟਿਕਟੋਕ ਤੇ ਬੜਾ ਫੇਮਸ ਹੈਗਾ, ਹਰ ਬੰਦੇ ਨੂੰ ਪਤਾ ਹੈਗਾ ਇਸ ਗੱਡੀ ਦੇ ਬਾਰੇ, ਇਹ ਵੀ ਮਹੀਨਾ ਗੱਡੀ ਪਹਿਲੇ ਬੁੱਕ ਹੋਈ ਹੋਈ ਹੈ, ਬਿਆਨੇ ਕੀਤੇ ਹੋਏ ਨੇ ਇਹਨਾਂ ਨੂੰ। ਇਸ ਗੱਡੀ ਦੇ ਮਗਰ ਜੀ ਆਪਣੇ ਨਾ ਜੀ ਲਾਹੌਰ ਦੇ ਵਿੱਚ ਨੁਮਾਨ ਭਾਈ ਮੈਨੂੰ ਦੱਸ ਰਿਹਾ ਸੀ ਅੱਗੇ, ਆਪਣੇ ਕੋਈ ਆਫੀਸਰ ਆਇਆ ਸੀ, ਉਹਨਾਂ ਕੋਲੇ ਮਤਲਬ ਉਹ ਕਹਿੰਦੇ ਸੀ ਗੱਡੀ ਸਾਨੂੰ ਦਿਓ, ਸਾਡੇ ਨਾਲ ਗੱਡੀ ਬੁੱਕ ਕਰੋ, ਉਹ ਨਹੀਂ ਗੱਡੀ ਉਹਨਾਂ ਨੇ ਕੀਤੀ, ਫਿਰ ਗੱਡੀ ਉਹਨਾਂ ਨੂੰ ਮੰਗਵਾ ਕੇ ਉਹਨਾਂ ਨੂੰ ਇੱਕ ਹੋਰ ਦਿੱਤੀ ਆਪਣੀ, ਤੇ ਉਹ ਫਿਰ ਗੱਡੀ ਉਹਨਾਂ ਨੇ ਮੈਨੇਜ ਕੀਤਾ, ਪਰ ਉਹ ਕਹਿੰਦੇ ਸਾਨੂੰ ਬਲੈਕ ਗੱਡੀ ਚਾਹੀਦੀ ਹੈ ਜੀ, ਤੇ ਮਾਸ਼ਾਅੱਲਾ ਗੱਡੀ ਵੀ ਬਹੁਤ ਪਿਆਰੀਆਂ ਨੇ, ਤੇ ਜਿਹੜੇ ਸਾਡੇ ਨਾਲ ਭਰਾ ਤਾਵਨ ਕਰਦੇ ਨੇ ਨਾ ਜੀ, ਗੱਡੀਆਂ ਸਾਡੇ ਕੋਲ ਲੈ ਕੇ ਜਾਂਦੇ ਨੇ, ਉਹ ਵੀ ਬਹੁਤ ਅੱਛੇ ਲੋਕ ਹੁੰਦੇ ਨੇ। ਸਰਦਾਰ ਸਾਹਿਬ, ਇੱਕ ਡੋਗਰ ਮੋਟਰ ਨਨਕਾਣਾ ਤੇ ਦੂਜੀ ਡੋਗਰ ਮੋਟਰ ਆਰਫ ਵਾਲਾ, ਕਿਆ ਇੱਕ ਦਿਨ ਆਏਗਾ ਕਿ ਆਮਰ ਸਾਹਿਬ ਜਿਹੜੇ ਨੇ ਉਸ ਲੈਵਲ ਤੇ ਲੈ ਜਾਣਗੇ? ਸਰ ਦੇਖੋ, ਮੈਂ ਕਹਿੰਦਾ ਕਿ ਜੋ ਮੈਨੂੰ ਅੱਲਾਹ ਤਾਲਾ ਨੇ ਇੱਜ਼ਤ ਇਹਦੇ ਵਿੱਚ ਇੱਥੇ ਦੇਤੀ ਨਾ, ਮੈਨੂੰ ਉਹ ਇੱਜ਼ਤ ਨਹੀਂ ਚਾਹੀਦੀ। ਤੁਹਾਨੂੰ ਪਤਾ ਸਰਦਾਰ ਡੋਗਰ ਸਾਹਿਬ ਨਾਲ ਇਸ ਟਾਈਮ ਕੀ ਹੋ ਰਿਹਾ? ਹਾਂਜੀ ਬਿਲਕੁਲ, ਮੈਂ ਉਹਨਾਂ ਨੂੰ ਦੇਖ ਰਿਹਾ ਜੀ, ਦੇਖ ਰਿਹਾ ਹੈ ਨਾ, ਜੋ ਉਹਨਾਂ ਦੀ ਇੱਜ਼ਤ ਹੋ ਰਹੀ ਹੈ, ਜੋ ਮੈਂ ਬਕਾਇਦਾ ਖੁਦ ਆਪਣੇ ਇੱਕ ਅਕਾਊਂਟ ਤੇ ਆਪਣੇ ਤੇ ਮੈਂ ਵੀਡੀਓ ਪਾਈ ਉਹਨਾਂ ਬਾਰੇ, ਉਹਨਾਂ ਨੂੰ ਮੈਂ ਕਹਿੰਦਾ ਐਸਾ ਕੋਈ ਬੰਦਾ ਜਿਹੜਾ ਉਹਨੂੰ ਗਾਲੀ ਨਾ ਦੇ ਰਿਹਾ ਹੋਵੇ। ਠੀਕ ਹੈ, ਮੈਂ ਕਹਿੰਦਾ ਮੈਂ ਵੀਡੀਓ ਮੈਂ ਕਿ ਯਾਰ ਗੱਲ ਸੁਣ, ਤੂੰ ਡੋਗਰ ਹੈ ਯਾਰ, ਠੀਕ ਹੈ, ਤੂੰ ਸਾਨੂੰ ਵੀ ਨਾਲ ਜ਼ਲੀਲ ਕਰਾਈ ਖਲਾ, ਕੋਈ ਕੰਮ ਤਾਂ ਬੰਦਿਆਂ ਵਾਲੇ ਕੰਮ ਕਰ ਯਾਰ। ਮੈਂ ਰੋਜ਼ੀ ਅੱਲਾਹ ਤਾਲਾ ਨੇ ਦੇਣੀ ਹੈ, ਤਰੀਕਾਕਾਰ ਕੰਮ ਦਾ ਥੋੜਾ ਜਿਹਾ ਹੋਣਾ ਚਾਹੀਦਾ। ਉਹ ਬੰਦਾ ਆ ਰਿਹਾ ਕਹਿ ਰਿਹਾ ਜੀ ਬਾਹਰ ਊਂਟ ਚਰਾ ਰਿਹਾ, ਇਹ ਕਰ ਰਿਹਾ ਉਹ ਕਰ ਰਿਹਾ, ਕੋਈ ਗੱਲ ਕਰਨ ਵਾਲੀ ਯਾਰ। ਮੈਂ ਕਿ ਓਵਰਸੀਜ਼ ਪਾਕਿਸਤਾਨੀਆਂ ਨੇ ਬੜਾ ਗਿਲਾ ਕੀਤਾ ਉਹਨਾਂ ਨੂੰ, ਬਹੁਤ ਗਿਲਾ ਕੀਤਾ ਹੈ। ਹੁਣ ਉਹ 10 ਵਾਰੀ 50 ਦਫਾ ਮਾਫੀ ਮੰਗ ਚੁੱਕਿਆ। ਬਹਰਹਾਲ ਜੋ ਨਜ਼ਰਾਂ ਦੇ ਵਿੱਚ ਮੁਆਸ਼ਰੇ ਦੇ ਵਿੱਚ ਉਹ ਨਜ਼ਰਾਂ 'ਚ ਗਿਰ ਚੁੱਕਿਆ ਨਾ ਬੰਦਾ, ਹੁਣ ਉਹ ਨਹੀਂ ਹਿਸਾਬ ਹੁੰਦਾ ਹੋ ਸਕਦਾ, ਮੂੰਹ ਚੋਂ ਨਿਕਲੇ ਅਲਫਾਜ਼ ਵਾਪਸ ਨਹੀਂ ਆ ਵਾਪਸ ਨਹੀਂ ਆਉਂਦੇ। ਹੁਣ ਉਹ ਬੇਸ਼ੱਕ ਪੈਰਾਂ 'ਚ ਡਿੱਗੀ ਜਾਵੇ, ਮਾਫੀ ਮੰਗੀ ਜਾਵੇ, ਔਰ ਅਸੀਂ ਅੱਲਾ ਮਾਫੀ ਦੇਵੇ, ਅਸੀਂ ਕੌਣ ਹੁੰਦੇ ਕਿਸੇ ਨੂੰ ਮਾਫ ਕਰਨ ਜੋਗੇ? ਅਸੀਂ ਇੱਕ ਨਕਾਰਾ ਜਿਹੇ ਬੰਦੇ ਹਾਂ, ਅਸੀਂ ਕਿਸੇ ਨੂੰ ਕੀ ਮਾਫ ਕਰ ਸਕਦੇ? ਬਹਰਹਾਲ ਅਲਫਾਜ਼ ਜਿਹੜੇ ਨਾ ਜੀ, ਪਹਿਲੇ ਜਿਹੜੇ ਕਹਿੰਦੇ ਨਾ ਜੀ, ਬੋਲਣ ਤੋਂ ਪਹਿਲੇ ਸੋਚਣਾ ਚਾਹੀਦਾ ਇਨਸਾਨ ਨੂੰ, ਤੇ ਇਨਸਾਨ ਜਿਹੜਾ ਨਾ ਸੋਚਦਾ ਨਹੀਂਗਾ, ਫਿਰ ਪਛਤਾਉਂਦਾ ਹੈ। ਫਿਰ ਬਹਰਹਾਲ ਪਛਤਾਉਣ ਦਾ ਜਿਹੜਾ ਫਾਇਦਾ ਕੋਈ ਨਹੀਂ ਹੁੰਦਾ ਬਾਅਦ ਦੇ ਵਿੱਚ। ਬੰਦੇ ਨੂੰ ਕੰਮ ਉਹ ਕਰਨਾ ਚਾਹੀਦਾ ਜਿਹੜਾ ਬੰਦਾ ਤੁਹਾਨੂੰ 4 ਬੰਦੇ ਖੜੇ ਹੋ ਕਹਿਣ ਕਿ ਨਹੀਂ ਯਾਰ ਖਾਨਦਾਨੀ ਬੰਦਾ ਹੈ, ਅੱਛਾ ਕੰਮ ਕੀਤਾ। ਇਹ ਨਾ ਬੰਦਾ ਕਵੇ ਵੀ ਆ ਭੁੱਖਾ ਰੱਜਾ ਬੰਦਾ ਹੈਗਾ, ਇਹਦੇ ਕੋਲ ਪੈਸਾ ਨਵਾਂ ਆਇਆ, ਇਹਦੀ ਵਾਹ ਖਰਾਬ ਹੋਈ ਫਿਰਦੀ, ਇਹ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ, ਆਪਣੇ ਸਾਡੇ ਪੰਜਾਬ ਦੇ ਵਿਆਹਾਂ ਦੇ ਵਿੱਚ ਜਿਹੜਾ ਟਾਈਮ ਲਿਖਿਆ ਜਾਂਦਾ ਹੈ, ਲੋਕ ਉਸ ਤੋਂ ਬੜੇ ਬੜੇ ਘੰਟੇ ਅੱਗੇ ਪਿੱਛੇ ਕਰ ਜਾਂਦੇ ਨੇ, ਗੱਡੀਆਂ ਦਾ ਟਾਈਮ ਬੜਾ ਜਿਹੜਾ ਨਾ ਜੀ ਉਹ ਲਿਮਿਟਡ ਜਿਹਾ ਹੁੰਦਾ ਹੈ, ਕਿਵੇਂ ਮੈਨੇਜ ਕਰਦੇ ਹੋ ਆਵਾਮ ਨਾਲ? ਪਹਿਲੇ ਕੀ ਡੀਲ ਹੁੰਦੀ ਹੈ? ਸਰ ਮੈਂ ਹੁਣ ਤੁਹਾਨੂੰ ਕੀ ਦੱਸਾਂ ਇਹਦੇ ਬਾਰੇ ਨਾ, ਸਾਡੇ ਨਾਲ ਗੱਡੀਆਂ ਬੰਦੇ ਕਰਦੇ ਨੇ ਕਿ ਜੀ ਗੱਡੀ ਤੁਹਾਡੀ ਬੁੱਕ ਹੋ ਗਈ, ਤੁਸੀਂ ਸਾਡੇ ਕੋਲ 12 ਵਜੇ ਪਹੁੰਚ ਜਾਣਾ ਜੀ, 12 ਵਜੇ ਪਹੁੰਚ ਜਾਣਾ। 12 ਵਜੇ ਪਹੁੰਚੇ, 3 ਵਜੇ ਬਰਾਤ ਨਿਕਲਦੀ, ਅੱਗੋਂ ਨਾਈਟ ਦਾ ਫੰਕਸ਼ਨ ਹੋ ਜਾਂਦਾ। ਜਿਹੜੇ ਸਾਡੇ ਨਾਲ ਗੱਡੀ ਵਾਲੇ ਸਾਰੇ ਹੁੰਦੇ ਨੇ, ਸਾਡੇ ਭਰਾ ਹੁੰਦੇ ਨੇ, ਜਿਹੜੇ ਸਾਡੇ ਨਾਲ ਚੱਲਣ ਵਾਲੇ ਹੁੰਦੇ ਨੇ, ਉਹ ਕਹਿੰਦੇ ਸਰਦਾਰ ਸਾਹਿਬ ਸਾਨੂੰ ਤੁਸੀਂ ਦਿਨ ਦੀ ਬਰਾਤ ਕੀ ਤਾਂ ਰਾਤ ਦੀ ਬਰਾਤ ਹੈ, ਠੀਕ ਹੈ। ਉੱਥੇ ਫਿਰ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਪਰ ਕਈ ਸਵਾਰੀਆਂ ਹੁੰਦੀਆਂ ਕੰਪਰੋਮਾਈਜ਼ ਕਰ ਜਾਂਦੀਆਂ ਨੇ, ਤੇ ਕਈ ਇਸ ਤਰ੍ਹਾਂ ਸਵਾਰੀਆਂ ਹੁੰਦੀਆਂ ਨੇ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਦੀਆਂ। ਯਕੀਨ ਕਰੋ ਉਹ ਸਾਡੇ ਮਤਲਬ ਕਿ ਜਿਹੜੇ ਆਪਣੀ ਟੀਮ ਹੈ ਸਾਡੀ ਸਮਾਰਟ ਟਰੈਵਲ ਦੀ, ਉਹਨਾਂ ਦਾ ਵੀ ਹੱਕ ਰੱਖ ਜਾਂਦੇ ਨੇ ਕਈ ਵਿੱਚੋਂ, ਤੇ ਕਈ ਬੰਦੇ ਬਹੁਤ ਅੱਛੇ ਹੁੰਦੇ ਨੇ, ਬਹੁਤ ਅੱਛੇ ਇਨਸਾਨ ਹੁੰਦੇ ਨੇ। ਵਾਇਸ ਆਫ ਪੰਜਾਬ ਉੱਤੇ ਅੱਜ ਆਰਫ ਵਾਲਾ ਦੇ ਪਲੇਟਫਾਰਮ ਤੋਂ, ਇਸ ਡੋਗਰ ਮੋਟਰ ਤੋਂ ਮੇਰੇ ਸ਼ਹਿਰ ਦੀ ਆਵਾਮ, ਮੇਰੇ ਜ਼ਿਲ੍ਹੇ ਦੀ ਆਵਾਮ ਦੇ ਨਾਮ ਕੋਈ ਅਹਿਮ ਪੈਗਾਮ ਜਿਹੜਾ ਤੁਸੀਂ ਆਪਣੇ ਇਸ ਪੈਕੇਜ ਦੇ ਹਵਾਲੇ ਨਾਲ ਦੇਣਾ ਚਾਹੋ? ਸਰ ਪਹਿਲੀ ਗੱਲ ਤੇ ਕਿ ਇਨਸਾਨ ਨੂੰ ਬਾਅਦਬ ਤੇ ਜਿਹੜਾ ਨਾ ਨਸੀਬ ਹੁੰਦੇ ਚੰਗੇ ਹੁੰਦੇ ਨੇ। ਪਹਿਲੇ ਤੁਸੀਂ ਆਪਣੇ ਵਾਲਦ ਸਾਹਿਬ ਦਾ, ਆਪਣੇ ਘਰ ਵਾਲਿਆਂ ਦੇ, ਜੇ ਤੁਸੀਂ ਘਰੋਂ ਜਿੱਤ ਗਏ ਨਾ, ਤੁਸੀਂ ਬਾਹਰੋਂ ਵੀ ਜਿੱਤ ਜਾਓਗੇ। ਜੇ ਤੁਸੀਂ ਘਰੋਂ ਹਾਰ ਗਏ ਨਾ, ਤੇ ਤੁਸੀਂ ਭਾਈਜਾਨ ਬਾਹਰੋਂ ਵੀ ਹਾਰ ਜਾਓਗੇ। ਤੇ ਆਪਣੇ ਮਾਪਿਓ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਦੀ ਦੁਆਵਾਂ ਹੋਣਗੀਆਂ ਤੇ ਤੁਸੀਂ ਆਸਮਾਨ ਦੇ ਨਾਲ ਲੱਗ ਜਾਓਗੇ। ਇਸ ਤਰ੍ਹਾਂ ਹਾਫਿਜ਼ ਸਾਹਿਬ ਦਾ ਵੀ ਅਸੀਂ ਦੇਖੀਦਾ, ਮਾਸ਼ਾਅੱਲਾ ਬਹੁਤ ਨਿਜ਼ਾਮ ਫਿੱਟ ਹੈਗਾ, ਹਰ ਪਾਸੇ ਜਾਂਦੇ ਨੇ ਤੇ ਲੋਕ ਇੱਜ਼ਤ ਦਿੰਦੇ ਨੇ, ਇੱਜ਼ਤ ਦੀ ਨਿਗਾਹ ਨਾਲ ਦੇਖਦੇ ਨੇ, ਤੇ ਮਾਸ਼ਾਅੱਲਾ ਬਾਈਰਾਂ ਦਾ ਚੈਨਲ ਵੀ ਬਹੁਤ ਚੱਲਦਾ ਹੈ। ਤੇ ਅੱਜ ਅਸੀਂ ਬਾਈਰਾਂ ਦੇ ਭਾਈਜਾਨ ਜੀ ਬਹੁਤ ਮਸ਼ਹੂਰ ਹਾਂ ਕਿ ਤੁਸੀਂ ਸਰ ਸਾਡੇ ਕੋਲ ਆਏ ਜੇ, ਸਾਨੂੰ ਤੁਸੀਂ ਇਸ ਕਾਬਲ ਸਮਝਿਆ ਕਿ ਸਾਡਾ ਇੰਟਰਵਿਊ ਕੀਤਾ। ਸਰ ਤੁਹਾਡੀ ਮੁਹੱਬਤ ਤੇ ਚਾਹਤ ਹੈ, ਅਸੀਂ ਤੁਹਾਨੂੰ ਇਨਸ਼ਾਅੱਲਾ ਪੂਰੀ ਜ਼ਿੰਦਗੀ ਯਾਦ ਰੱਖਾਂਗੇ ਜੀ, ਸਾਡੇ ਕੋਲ ਤੁਸੀਂ ਆਏ ਜੀ, ਮੁਹੱਬਤ ਜੀ। ਜੀ ਨਾਜ਼ਰੀਨ, ਟੀਮ ਵਾਇਸ ਆਫ ਪੰਜਾਬ ਅੱਜ ਮੌਜੂਦ ਹੈ ਆਰਿਫ ਵਾਲਾ ਦੇ ਡੋਗਰ ਮੋਟਰ ਉੱਤੇ, ਤੇ ਇਹਨਾਂ ਦਾ ਮੁਕੰਮਲ ਰਿਵਿਊ ਅਸੀਂ ਅੱਜ ਦਿਆਂਗੇ। ਇਹਨਾਂ ਕੋਲ ਕਿੰਨੀਆਂ ਗੱਡੀਆਂ ਖੜੀਆਂ ਉਹ ਤੁਹਾਨੂੰ ਦਿਖਾਵਾਂਗੇ, ਇਹਨਾਂ ਦੇ ਜਿਹੜੇ ਟੀਮ ਦੇ ਵਿੱਚ ਮੈਂਬਰ ਨੇ ਉਹਨਾਂ ਨਾਲ ਵੀ ਮਿਲਵਾਨੇ ਆ। ਜੁੜੇ ਰਹੀਓ ਵਾਇਸ ਆਫ ਪੰਜਾਬ ਦੇ ਨਾਲ। ਵਾਲੇਕੁਮ ਸਲਾਮ। ਭਾਈਜਾਨ ਕੀ ਨਾਮ? ਮੁਹੰਮਦ ਨਈਮ ਜੀ। ਸਰ ਅੱਜ ਅਸੀਂ ਮੌਜੂਦ ਹਾਂ ਸਮਾਰਟ ਟਰੈਵਲ ਤੇ। ਮਾਸ਼ਾਅੱਲਾ ਛੋਟੇ ਸ਼ਹਿਰ ਦੇ ਵਿੱਚ ਵੱਡੀਆਂ ਗੱਡੀਆਂ ਦਸਤਿਆਬ ਨੇ। ਮੇਰੇ ਸ਼ਹਿਰ ਦੇ ਲੋਕਾਂ ਵਾਸਤੇ ਸ਼ਾਇਦ ਇੱਕ ख्वाब ਸੀ ਜਾਂ ਦੂਰੋਂ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਸੀ, ਅੱਜ ਇਸ ਸ਼ਹਿਰ 'ਚ ਦਸਤਿਆਬ ਆ। ਤੁਸੀਂ ਮੇਰੇ ਸ਼ਹਿਰ ਦੇ ਲੋਕਾਂ ਨੂੰ ਕੀ ਕਹੋ?
ਜੀ ਮਾਸ਼ਾਅੱਲਾ ਇਹ ਜੀ ਸਮਾਰਟ ਡਰਾਈਵਰ ਡੋਗਰ ਰੈਂਟੇ ਕਾਰ ਮਾਸ਼ਾਅੱਲਾ ਇਹਨਾਂ ਕੋਲ ਹਰ ਕਿਸਮ ਦੀ ਗਾੜੀ ਮਿਲ ਜਾਂਦੀ ਹੈ ਔਰ ਇਹਨਾਂ ਦਾ ਤਾਵਨ ਜਿਹੜਾ ਨਾ ਸਭ ਤੋਂ ਅੱਛੀ ਜਿਹੜਾ ਅਖਲਾਕ ਪਿਆਰ ਮੁਹੱਬਤ ਇਹ ਵਾ ਇਹਦਾ ਕਰਕੇ ਇਹਨਾਂ ਕੋਲ ਆਵਾਮ ਆਉਂਦੀ ਆ ਔਰ ਮਾਸ਼ਾਅੱਲਾ ਇਹਨਾਂ ਕੋਲ ਹੁਣ ਇਸ ਟਾਈਮ ਲੈਮੋਜ਼ੀਨ ਆਈ ਆ ਫਾਰਚੂਨਰ ਨੇ ਕੋਈ 20 22 ਫਾਰਚੂਨਰ ਨੇ TX ਨੇ ਵੀ ਹਰ ਕਿਸਮ ਦੀ ਗੱਡੀ ਤੁਸੀਂ ਇਸ ਇਲਾਕੇ ਦੇ ਵਿੱਚ ਆਪਣੇ ਆਰਫ ਵਾਲੇ ਸ਼ਹਿਰ ਦੇ ਵਿੱਚ ਤੁਸੀਂ ਇਹਨਾਂ ਕੋਲ ਮੁਹੱਈਆ ਕਰ ਸਕਦੇ ਹੋ ਔਰ ਤੁਹਾਨੂੰ ਦੇਣਗੇ ਔਰ ਜੋ ਪੈਕੇਜ ਦੇਣਗੇ ਸਭ ਤੋਂ ਨਾਰਮਲ ਪੈਕੇਜ ਦੇਣਗੇ। ਨਹੀਂ ਭਾਈ ਤੁਸੀਂ ਜ਼ਿੰਦਗੀ ਦਾ ਕੁਝ ਹਿੱਸਾ ਬਾਹਰ ਗੁਜ਼ਾਰਿਆ ਹੈ ਤੇ ਆਰਿਫ ਵਾਲਾ 'ਚ ਅੱਜ ਹਰ ਜ਼ਮੀਨ ਤੇ ਖੜੇ ਹੋ ਬਾਹਰ ਦੀ ਜ਼ਿੰਦਗੀ ਪਾਕਿਸਤਾਨ ਦੀ ਜ਼ਿੰਦਗੀ ਇੱਥੋਂ ਦੇ ਹਾਲਾਤ ਟਰੈਵਲ ਟੂਰ ਐਂਡ ਟਰੈਵਲ ਦੇ ਹਵਾਲੇ ਨਾਲ ਕੀ ਕਹੋਗੇ ਤੇ ਨਨਕਾਣਾ ਸਾਹਿਬ ਦੇ ਜਿਹੜੇ ਡੋਗਰ ਸਾਹਿਬ ਨੇ ਉਹਨਾਂ ਨੇ ਸਾਡੇ ਓਵਰਸੀਜ਼ਾਂ ਦਾ ਦਿਲ ਦੁਖਾਇਆ ਹੈ ਡੋਗਰ ਸਾਹਿਬ ਦੇ ਨਾਮ ਕੀ ਪੈਗਾਮ ਹੈ ਕਿ ਉਹ ਵੀ ਪਾਕਿਸਤਾਨੀ ਹੈ ਤੁਸੀਂ ਵੀ ਪਾਕਿਸਤਾਨੀ ਹੋ। ਜੀ ਸਰ ਪਤਾ ਕੀ ਹੈ ਓਵਰਸੀਜ਼ ਮੈਂ ਖੁਦ ਓਵਰਸੀਜ਼ ਆ ਮੈਂ ਪ੍ਰਦੇਸ਼ 'ਚ 16 17 ਸਾਲ ਹੋ ਗਏ ਨੇ ਮੈਂ ਬੜਾ ਅਰਸਾ ਕੱਟਿਆ ਔਰ ਇਹ ਜਿਹੜੀ ਗੱਡੀ ਅੱਜ ਮੈਂ ਲੈ ਕੇ ਕੋਲ ਖੜਾ ਇਹ ਮੈਂ ਬਾਹਰ ਪ੍ਰਦੇਸ਼ 'ਚੋਂ ਕਮਾਈ ਹੈ ਠੀਕ ਹੈ ਨਾ ਔਰ ਕਮਾ ਕੇ ਤੇ ਅੱਜ ਮੈਂ ਗੱਡੀ ਦੇ ਸਾਹਮਣੇ ਖੜਾ। ਡੋਗਰ ਸਾਹਿਬ ਡੋਗਰ ਜਿਹੜੀ ਕਾਸਟ ਹੈ ਨਾ ਇਹ ਸਾਡੇ ਵਾਸਤੇ ਕਾਬਲੇ ਇਤਰਾਮ ਹੈ ਪਰ ਜਿਹੜਾ ਡੋਗਰ ਰੈਂਟੇ ਹੈਗਾ ਨਾ ਡੋਗਰ ਮੋਟਰ ਇਹਨੇ ਬਿਲਕੁਲ ਜ਼ਿਆਦਤੀ ਕੀਤੀ ਆ ਵੀ ਇਹਨੇ ਮੈਂ ਖੁਦ ਮਸਕਤ ਰਹਿਣਾ ਉਹਨੇ ਮਸਕਤ ਦੇ ਬਾਰੇ 'ਚ ਗੱਲ ਕੀਤੀ ਆ ਵੀ ਜਿਹੜੇ ਓਵਰਸੀਜ਼ ਆਉਂਦੇ ਆ ਉਧਰੋਂ ਊਂਟ ਚਾਰਦੇ ਆ ਇਹ ਕਰਦੇ ਉਹ ਕਰਦੇ ਯਾਰ ਇੱਕ ਰੋਜ਼ੀ ਆ ਹੁਣ ਇਹ ਮੇਰੀ 1.5 ਕਰੋੜ ਦੀ ਗੱਡੀ ਆ ਮੈਂ ਇਹਦੇ ਤੇ ਡਰਾਈਵਿੰਗ ਕਰਦਾ ਲੋਕ ਮੈਨੂੰ ਕਹਿਣਗੇ ਵੀ ਕਿਉਂ ਕਰਦਾ ਇੱਕ ਮਜ਼ਦੂਰੀ ਆਪਣੀ ਰੋਜ਼ੀ ਕਮਾਉਣੀ ਆ ਅੱਛੇ ਤਰੀਕੇ ਨਾਲ ਆਪਣੀ ਕਮਾਓ। ਇਹ ਡੋਗਰ ਨੇ ਬਿਲਕੁਲ ਗਲਤ ਕੀਤਾ ਬਾਕੀ ਡੋਗਰ ਜਿਹੜੀ ਕਾਸਟ ਸਾਡੇ ਵਾਸਤੇ ਕਾਬਲੇ ਇਹਤਰਾਮ ਹੈ ਤੇ ਇਹਨਾਂ ਨੇ ਜ਼ਿਆਦਤੀ ਕੀਤੀ ਔਰ ਬਹੁਤ ਵੱਡੀ ਜ਼ਿਆਦਤੀ ਕੀਤੀ ਔਰ ਇਹਨਾਂ ਨੇ ਫਿਲਹਾਲ ਮਾਫੀ ਮੰਗ ਲਈ ਹੈ ਅੱਗੇ ਤੇ ਇਹਨਾਂ ਨੂੰ ਗੌਰ ਕਰਨਾ ਚਾਹੀਦਾ। ਸਰ ਸਮਾਰਟ ਟਰੈਵਲ ਤੇ ਖੜੇ ਆ ਆਰਿਫ ਵਾਲਾ ਦੀ ਆਵਾਮ ਦੇ ਨਾਮ ਕੀ ਪੈਗਾਮ ਹੈ ਕਿਹੜੀਆਂ ਗੱਡੀਆਂ ਦਸਤਿਆਬ ਹੈ ਲਾਹੌਰ ਦਾ ਤੇ ਆਰਫ ਦਾ ਰੇਟ ਦਾ ਬੜਾ ਫਰਕ ਹੋ ਗਿਆ ਜੀ ਭਾਈਜਾਨ ਨੇ ਪਤਾ ਹੈ ਇਹ ਸਮਾਰਟ ਡਰਾਈਵਰ ਡੋਗਰ ਰੈਂਟੇ ਕਾਰ ਇੱਕ ਮਸ਼ਹੂਰ ਮਰੂਫ ਬੰਦਾ ਹੈ ਔਰ ਮਾਸ਼ਾਅੱਲਾ ਬਹੁਤ ਹੀ ਅੱਛਾ ਨਾਈਸ ਬੰਦਾ ਅਮਰ ਭਾਈ ਮੈਂ ਤੇ ਅੱਜ ਪਹਿਲੀ ਦਫਾ ਮਿਲਿਆ ਔਰ ਇਹਨੇ ਮੈਨੂੰ ਇਨਵਾਈਟ ਕੀਤਾ ਮੈਂ ਕਿਹਾ ਭਾਈ ਕੋਲ ਇਨਸ਼ਾਅੱਲਾ ਲਾਜ਼ਮੀ ਔਰ ਮੇਰੀ ਪਰਸੋਂ ਫਲਾਈਟ ਵੀ ਹੈ 14 ਤਰੀਕ ਵਾਲੇ ਦਿਨ ਮੈਂ ਜਾ ਰਿਹਾ ਵਾਪਸ ਓਮਾਨ ਦੇ ਵਿੱਚ ਇਹਨਾਂ ਕੋ ਮੇਰਾ ਭਾਈ ਹਰ ਕਿਸਮ ਦੀ ਗੱਡੀ ਮਿਲਦੀ ਹੈ ਲਾਹੌਰ ਦਾ ਜਿਹੜਾ ਰੈਂਟ ਹੈ ਉਹ ਤੁਹਾਨੂੰ ਇੱਥੇ ਮਿਲੇਗਾ ਤੁਹਾਨੂੰ ਲੈਮੋਜ਼ੀਨ ਚਾਹੀਦੀ ਹੈ TX V8 ਵੀਗੋ ਡਾਲਾ ਫਾਰਚੂਨਰ ਕੋਈ ਵੀ ਗੱਡੀ ਚਾਹੀਦੀ ਇਹਨਾਂ ਕੋ ਤੁਹਾਨੂੰ ਮੁਹੱਈਆ ਕਰਕੇ ਦੇਣਗੇ ਔਰ ਬਿਲਕੁਲ ਮੁਨਾਸਬ ਪੈਕੇਜ ਦੇਣਗੇ। ਭਾਈ ਸਾਹਿਬ ਪੰਜਾਬ ਡੋਗਰ ਮੋਟਰ ਆਰਿਫ ਵਾਲਾ ਮੌਜੂਦ ਆ ਸਾਡੇ ਨਾਲ ਨੁਮਾਨ ਭਾਈ ਕਿਸੇ ਤਾਰਫ ਦੇ ਮੁਹਤਾਜ ਨਹੀਂ ਗਏ ਗੱਡੀਆਂ ਦੀ ਲਾਈਨ ਦੇ ਵਿੱਚ ਬੇਤਾਜ ਬਾਦਸ਼ਾਹ ਨੇ ਇਹਨਾਂ ਕੋਲੋਂ ਵੀ ਚੰਦ ਸਵਾਲਾਤ ਪੁੱਛਦੇ ਆ आज के इंटरव्यू के अस्सलाम वालेकुम जी वालेकुम सलाम। सर कैसे अल्लाह का शुक्र अल्हम्दुलिल्लाह। सर बहुत शुक्रिया आपने अपना कीमती टाइम दिया आज माशाल्लाह हमारे छोटे शहर के अंदर बड़ी बड़ी गाड़ियां नज़र आ रही हैं ये आरिफ आला के लिए किसी एजाज़ से कम नहीं है। आप कब से काम कर रहे हैं और डोगर मोटर के ऊपर ये गाड़ियाँ अवेलेबल हैं मेरे शहर के लोगों के लिए आरिफ आला के अवाम के नाम क्या पैगाम? जी आरिफ वाले के लिए पैगाम है कि आप लोग बड़े खुश नसीब हैं कि आपके पास डोगर मोटर जैसा सेटअप यहाँ पे मौजूद है वरना लोग लाहौर आते थे हमारे पास वहाँ से बुकिंग करवाते थे अब उनके लिए आसानी है वो यहाँ पे ये लोग उनको अच्छी सर्विसेज दे रहे हैं और हमारे जैसे अच्छे लोग वहाँ से यहाँ आते हैं फिर आके ड्यूटी करते हैं तो ये उनके लिए उनकी एक खुशकिस्मती है ये। नुमान भाई लाहौर से जब गाड़ी आरिफ वाला पहुंचती है बड़े एक्सपेंस है हर बंदा उसको मीट नहीं कर सकता उसको अफोर्ड नहीं कर सकता ये सहूलत आरिफ वाला में डोगर मोटर ने दे दी है तो अब वो रेट और इन रेटों के अंदर कितना फ़र्क होगा? बेसिकली रेटों में फ़र्क नहीं होगा उसकी वजह ये है क्योंकि मैं खुद शेर ब्रदर से हूँ तो हमारा तो नाम ही ये है कि पूरे पाकिस्तान में लाहौर से लेके कराची तक सेम रेट लेकिन क्योंकि ये हमारे दोस्त हैं तो हमें इनकी भी तारीफ़ करनी पड़ेगी और हमें उनका मुंह भी देखना पड़ेगा वो भी हमारे दोस्त खड़े हुए हैं। लोगों को ऐसे लगता है कि वो कैमरे के आगे आएंगे झूठ बोलेंगे नहीं वो बड़े सस्ते हैं नहीं अल्हम्दुलिल्लाह हम भी सस्ते हैं तो आप शेर ब्रदर्स पे भी रब्ता करेंगे वहाँ पे भी आपको अच्छी सर्विसेज मिलेंगी डोगर मोटर पे रब्ता करेंगे यहाँ फ़ायदा है कि आपके शहर में बुकिंग यहाँ ही हो जाएगी हमारे लिए लाहौर आना पड़ेगा कुछ लोग एतबार नहीं कर रहे होते हैं ऑनलाइन मामले होते हैं तो अगर किसी को ऐसा मसला है तो वो डोगर मोटर पे आ जाए और कोई सस्ती अच्छी म्यारी गाने और सर्विसेज भी अच्छी लेना चाहता है तो वो शेर ब्रदर्स पे रब्ता करें।